ਸਤਿ ਸ਼੍ਰੀ ਅਕਾਲ। ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਉੱਘੇ ਵਿਦਵਾਨ ਡਾਕਟਰ ਪਿਆਰਦਾਰ ਗਰਗ ਸਾਹਿਬ। ਗਰਗ ਸਾਹਿਬ ਵੈਲਕਮ। ਸ਼ੁਕਰੀਆ ਜੀ, ਬਹੁਤ ਬਹੁਤ। ਗਰਗ ਸਾਹਿਬ, ਦੇਸ਼ ਦੇ ਵਿੱਚ ਜਦੋਂ ਆਪਾਂ ਸਾਰੇ ਜਾਣਦੇ ਹਾਂ ਕਿ ਕੁਝ ਸਾਬਕਾ ਜੋ ਬੀਜੇਪੀ ਦੇ ਪ੍ਰਵਕਤਾ ਨੇ ਉਹਨਾਂ ਦੇ ਬਿਆਨਾਂ ਕਰਕੇ ਹਾਲਾਤ ਖਰਾਬ ਨੇ। ਦੂਜੇ ਪਾਸੇ ਜੋ ਇੰਟਰਨੈਸ਼ਨਲ ਸਾਡੇ ਰਿਲੇਸ਼ਨ ਸੀ ਉਹਨਾਂ ਦੇ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਗਿਆ। ਜਦੋਂ ਅਸੀਂ ਸਾਹਮਣੇ ਦੇਖਦੇ ਹਾਂ ਕਿ ਸਾਡੇ ਬੋਲੇ ਹੋਏ ਸ਼ਬਦਾਂ ਦੇ ਨਤੀਜੇ ਆਹ ਨੇ, ਅਸੀਂ ਫਿਰ ਉਹਨਾਂ ਕੰਮਾਂ ਤੋਂ, ਉਹਨਾਂ ਗੱਲਾਂ ਤੋਂ, ਉਹਨਾਂ ਬਿਆਨਾਂ ਤੋਂ ਟਾਲ ਨਹੀਂ ਵੱਟਦੇ। ਹੁਣ ਇਸ ਸਭ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਸ਼ਾਮ ਨੂੰ ਪ੍ਰਾਈਮ ਟਾਈਮ ਡਿਬੇਟ ਦਾ ਸਮਾਂ ਹੁੰਦਾ, ਉਦੋਂ ਇੱਕ ਹੀ ਏਜੰਡਾ ਤੈਅ ਕਰਕੇ ਬੈਠਿਆ ਜਾਂਦਾ ਕਿ ਹਿੰਦੂ ਮੁਸਲਿਮ ਘੱਟ ਗਿਣਤੀਆਂ, ਡੈਮੋਕ੍ਰੈਟਿਕ ਕੰਟਰੀ। ਸੋ ਜਦੋਂ ਹਾਲਾਤ ਵੀ ਇਹੋ ਜਿਹੇ ਹੋਣ, ਤੁਸੀਂ ਫਿਰ ਉਹਨਾਂ ਰਾਹਾਂ ਤੇ ਤੁਰੋ। ਇੰਟਰਨੈਸ਼ਨਲ ਸਾਡੇ ਸੰਬੰਧ ਖਰਾਬ ਹੋ ਰਹੇ ਨੇ। ਦੇਸ਼ ਦੇ ਵਿੱਚ ਜੋ ਆਪਣੇ ਇੰਟਰਨਲ ਮਾਮਲੇ ਨੇ, ਭਾਵੇਂ ਉਹ ਧਰਮਾਂ ਦੇ ਨੇ, ਜਾਤਾਂ ਪਾਤਾਂ ਦੇ ਨੇ, ਲੋਕਾਂ ਦੇ ਨੇ, ਬੇਰੁਜ਼ਗਾਰੀ ਦੇ ਨੇ, ਹੋਰ ਤਮਾਮ ਮੁੱਦੇ ਨੇ, ਉਹ ਵੀ ਸਥਿਰ ਨਹੀਂ ਹੈਗੇ। ਇਸ ਸਭ ਕਾਸੇ ਦੇ ਬਾਵਜੂਦ ਆਖਰ ਨਾ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਭਾਵੇਂ ਪਾਰਟੀ ਤੋਂ ਬਾਹਰ ਕੱਢ ਦਿੱਤੇ ਜਾਂਦੇ ਨੇ, ਨਾ ਕਿਸੇ ਤਰ੍ਹਾਂ ਦੀ ਹੋਰ ਸਖਤੀ ਕੀਤੀ ਜਾਂਦੀ ਹੈ। ਆਖਰ ਕਾਰਨ ਕੀ ਸਮਝ ਜਾਵੇ ਸਭ ਵਰਤਾਰੇ ਦਾ? ਦੇਖੋ ਭੰਗੂ ਸਾਹਿਬ, ਇਹ ਪਹਿਲਾਂ ਤਾਂ ਸਥਿਤੀ ਤਾਂ ਬਹੁਤ ਮਾੜੀ ਹੈ, ਮੰਦਭਾਗੀ ਹੈ ਸਾਡੇ ਦੇਸ਼ ਵਾਸਤੇ। ਤੇ ਇਹਦੇ ਵਿੱਚ ਜਿਹੜੇ ਕਾਰਨ ਨੇ ਪਿਛੋਕੜ ਚ ਕਾਰਨ ਸਿਰਫ ਇੱਕੋ ਹੀ ਹੈ ਕਿ ਅਸੀਂ ਹਿੰਦੂ ਬੈਕਲੈਸ਼ ਕਰਨੀ ਹੈ, ਹਿੰਦੂ ਇਕੱਠੇ ਕਰਨੇ ਨੇ। ਇਹ ਕੋਈ ਐ ਨਹੀਂ ਹੈ ਵੀ ਚਾਣਚੱਕ ਨੂਪਰ ਸ਼ਰਮਾ ਨੇ ਬਿਆਨ ਦਿੱਤਾ ਜਾਂ ਨਵੀਨ ਕੁਮਾਰ ਜਿੰਦਲ ਨੇ ਬਿਆਨ ਦਿੱਤਾ। ਕੋਈ ਚਾਣਚੱਕ ਕੰਮ ਨਹੀਂ ਹੈ, ਉਹਨਾਂ ਦੇ ਬੁਲਾਰੇ ਸੀਗੇ, ਉਹਨਾਂ ਦੇ ਹੱਕ 'ਚ। ਇਹ ਕੋਈ ਚਾਣਚੱਕ ਨਹੀਂ ਹੈ ਕਿ ਉਹਨਾਂ ਦੇ ਹੱਕ 'ਚ ਜਲੂਸ ਕੱਢੇ ਜਾ ਰਹੇ ਨੇ। ਜਿਹੜਾ ਉਹਨਾਂ ਦੇ ਹੱਕ 'ਚ ਪਾਉਣ ਵਾਲਿਆਂ ਦੇ ਖਿਲਾਫ ਬੋਲਦਾ, ਉਹਨਾਂ 'ਤੇ ਕੇਸ ਰਜਿਸਟਰ ਹੋ ਰਹੇ ਨੇ, ਮਹਾਰਾਸ਼ਟਰ 'ਚ ਹੋਏ ਨੇ। ਸੋ ਇਹ ਅਚਾਨਕ ਨਹੀਂ ਹੈ, ਇਹ ਬੀਜੇਪੀ RSS ਦੀ ਗਿਣੀ ਮਿਥੀ ਗੇਮ ਪਲਾਨ ਹੈ। ਔਰ ਇਹ ਕੁਝ ਦਿਨਾਂ ਬਾਅਦ ਉੱਥੇ ਜਿਹੜੇ ਤੁਸੀਂ TV ਡਿਬੇਟਾਂ ਦੀ ਗੱਲ ਕਰੀ ਹੈ, ਕਿਉਂਕਿ TV ਡਿਬੇਟਾਂ ਅੱਜ ਕੱਲ੍ਹ ਜਿਹੜੇ 4-5 ਫਾਜ਼ਲ ਬੰਦਿਆਂ ਨੂੰ ਬਿਠਾ ਲੈਂਦੇ ਨੇ ਤੇ ਉਹਨਾਂ ਦਾ ਕੰਮ ਇੱਕ ਦੂਜੇ ਨੂੰ 3-4 ਉਹਦੇ 'ਚ ਪਾਰਟੀਆਂ ਦੀ ਹੁੰਦੇ ਨੇ, ਉਹ ਇੱਕ ਦੂਜੇ ਦੇ ਉੱਤੇ ਦੋਸ਼ ਰੋਪਣ ਤੋਂ ਸਿਵਾਏ ਜਿਹੜੇ ਤੁਸੀਂ ਮੁੱਦੇ ਗਿਣੇ ਨੇ ਉਹਨਾਂ 'ਚ ਤਾਂ ਗੱਲ ਹੀ ਨਹੀਂ ਕਰਦੇ। ਕਿਉਂਕਿ ਉਹਨਾਂ ਮੁੱਦਿਆਂ 'ਤੇ ਤਾਂ ਕੋਈ ਵੀ ਪਾਰਟੀ ਆਉਣ ਨੂੰ ਤਿਆਰ ਨਹੀਂ, ਕੋਈ ਵੀ ਪਾਰਟੀ ਨਹੀਂ ਤਿਆਰ। ਕਿ ਬੇਰੁਜ਼ਗਾਰੀ ਦਾ ਕੀ ਹੋਊਗਾ, ਇੱਥੇ ਆਪਸ ਭਾਈਚਾਰਾ ਕਿਵੇਂ ਮੇਨਟੇਨ ਹੋਵੇ, ਇੱਥੇ ਸਾਡਾ ਵਿਦੇਸ਼ਾਂ ਨਾਲ ਸੰਬੰਧ ਕਿਵੇਂ ਚੰਗਾ ਰਹੇ, ਸਾਡਾ ਰੁਪਈਆ ਥੱਲੇ ਗਿਰਦਾ ਜਾ ਰਿਹਾ ਉਹਨੂੰ ਕਿਵੇਂ ਠੱਲਿਆ ਜਾਵੇ, ਸਾਡੇ ਅਰਥਚਾਰਾ ਬਹੁਤ ਨੀਚੇ ਜਾ ਰਿਹਾ ਹੈ ਉਹਨੂੰ ਕਿਵੇਂ ਠੀਕ ਕਰਿਆ ਜਾਵੇ, ਸਾਡੀ ਇੰਡਸਟਰੀ ਡੁੱਬ ਰਹੀ ਹੈ ਉਹਨੂੰ ਕੀ ਕਰਿਆ ਜਾਵੇ, ਸਾਡਾ ਜਿਹੜੇ ਵਿਦੇਸ਼ੀ ਇੱਥੇ ਕਹਿੰਦੇ ਸੀ ਪੂੰਜੀ ਲਗਾਓ ਪੂੰਜੀ ਲਗਾਓ, ਉਹ ਬਾਹਰ ਭੱਜ ਰਹੇ ਨੇ ਆਪਦੀ ਪੂੰਜੀ ਲੈ ਕੇ, ਤੇ ਸਾਡਾ ਜਿਹੜਾ ਸੈਂਸੈਕਸ ਆ ਉਹ ਵੀ ਗਿਰ ਰਿਹਾ ਹੈ। ਸੋ ਇਹਦੇ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਪਰਿਆਵਰਨ 'ਚ, ਹੈਲਥ 'ਚ, ਐਜੂਕੇਸ਼ਨ 'ਚ ਅਸੀਂ ਬਹੁਤ ਪਿੱਛੇ ਹਾਂ, ਪਰਿਆਵਰਨ ਤਾਂ 180ਵੇਂ ਨੰਬਰ 'ਤੇ ਹਾਂ। ਤੇ ਇਹਦੀ ਕੋਈ ਚਿੰਤਾ ਨਹੀਂ ਹੈ। ਚਿੰਤਾ ਇੱਕ ਦੂਜੇ ਦੇ ਵਾਲ ਪੱਟਣ ਦੀ, ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਰਹਿੰਦੀ ਹੈ। ਤੇ ਉਹ ਆਪਾਂ ਦੇਖਦੇ ਹਾਂ ਰੋਜ਼ ਹੀ ਪ੍ਰਾਈਮ ਟਾਈਮ ਹੁਣ ਇੱਕ ਦੂਜੀ ਪਾਰਟੀ ਨੂੰ ਨੀਚਾ ਦਿਖਾਉਣ ਦੇ ਉੱਤੇ ਤੁਰੇ ਹੋਏ ਹੁੰਦੇ ਨੇ। ਹੁਣ ਜਿਹੜਾ ਸਾਡੇ ਸਮੱਸਿਆ ਹੈ, ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਗੁੱਡਵਿਲ ਦੇ ਨਾਲ, ਸਾਡੀ ਚੰਗੀ ਇੱਛਾ ਦੇ ਨਾਲ ਭਾਰਤ ਦੇ ਵਿੱਚ ਜਿਹੜਾ ਮਾਹੌਲ ਠੀਕ ਹੋ ਸਕਦਾ ਹੈ। ਚੰਗੀ ਇੱਛਾ ਨਾਲ ਨਹੀਂ ਹੋਣਾ, ਬਲਕਿ ਕੁਝ ਦਿਨਾਂ ਬਾਅਦ ਉਹ ਚੁਣੌਤੀ ਦੇਣੀ ਸ਼ੁਰੂ ਕਰਨਗੇ ਕਾਂਗਰਸ ਨੂੰ ਵੀ ਕਹੋ ਅਸੀਂ ਮੁਸਲਮਾਨਾਂ ਦੇ ਹੱਕ 'ਚ ਹਾਂ, ਕਹੋ ਅਸੀਂ ਅੱਤਵਾਦ ਦੇ ਹੱਕ 'ਚ ਹਾਂ, ਕਹੋ ਅਸੀਂ ਖਾਲਿਸਤਾਨ ਦੇ ਹੱਕ 'ਚ ਹਾਂ। ਇਹ ਸਵਾਲ ਬੀਜੇਪੀ ਦੇ ਜਿਹੜੇ ਬੁਲਾਰੇ ਹੋਇਆ ਕਰਨਗੇ ਉਹ ਕਰਿਆ ਕਰਨਗੇ, ਐਂਕਰ ਵੀ ਕਈ ਵਾਰ ਕਰਨਗੇ ਕਿ ਦੱਸੋ ਇਹਦਾ ਜਵਾਬ ਦਿਓ ਹੁਣ। ਸੋ ਇਸ ਕਰਕੇ ਕਿਸੇ ਨੇ ਨਹੀਂ ਪੁੱਛਣਾ ਵੀ ਦੱਸੋ ਤੁਸੀਂ ਕਹਿੰਦੇ ਹੋ 300 ਮਸਜਿਦ ਦੇ ਉੱਤੇ ਤਾਂ ਸਾਡਾ ਮੰਦਿਰ ਸੀ, ਦੱਸੋ ਕਿਵੇਂ ਧਰਤੀ ਦੇ ਉੱਤੇ ਮੰਦਿਰ ਕਿਵੇਂ ਗਿਣੋਗੇ ਤੁਸੀਂ, ਕਿਹਨੂੰ ਮੰਦਿਰ ਗਿਣੋਗੇ, ਕਿੰਨੇ ਚੇ ਨੇ, ਉਹਨਾਂ ਦਾ ਕੀ ਕਰੋਗੇ, ਦੱਸੋ ਕਿਵੇਂ ਕਰੋਗੇ। ਜਿੱਥੇ ਮੁਰਦਿਆਂ ਦੀਆਂ ਹੱਡੀਆਂ ਦਬੀਆਂ ਹੋਈਆਂ ਨੇ ਕਿਵੇਂ ਫੈਸਲਾ ਕਰੋਗੇ ਵੀ ਇਹ ਕਬਰਸਤਾਨ ਸੀ ਜਾਂ ਇਹ ਸ਼ਮਸ਼ਾਨ ਘਾਟ ਸੀ, ਕਿਵੇਂ ਫੈਸਲਾ ਕਰੋਗੇ, ਕੀ ਇਕੱਲੀਆਂ ਹੱਡੀਆਂ ਨਾਲ ਫੈਸਲਾ ਕਰੋਗੇ। ਦੱਸੋ ਥੱਲੇ ਜਿਹੜਾ ਕੋਲਾ ਦੱਬਿਆ ਹੋਇਆ ਹੈ, ਉਹ ਕੋਲਾ ਜਿਹੜਾ ਉਹ ਮੁਸਲਮਾਨਾਂ ਦੇ ਜੰਗਲਾਂ ਦਾ ਸੀ ਜਾਂ ਹਿੰਦੂਆਂ ਦੇ ਜੰਗਲਾਂ ਦੇ ਜਾਂ ਸਿੱਖਾਂ ਦੇ ਜੰਗਲਾਂ ਦਾ ਸੀ, ਜਾਂ ਮੁਸਲਮਾਨਾਂ ਦੀਆਂ ਹੱਡੀਆਂ ਹਿੰਦੂਆਂ ਜਾਂ ਸਿੱਖਾਂ ਦੀਆਂ ਹੱਡੀਆਂ ਦਾ ਕੋਲਾ ਹੈ ਜਿਹੜਾ ਕੋਲਾ ਤੁਸੀਂ ਰੋਜ਼ ਵਰਤਦੇ ਹੋ, ਜਿਹੜਾ ਥੱਲੇ ਤੇਲ ਬਣਿਆ ਹੋਇਆ ਹੈ, ਕੀ ਉਹ ਤੇਲ ਮੁਸਲਮਾਨਾਂ ਦੀ ਚਰਬੀ ਜਾਂ ਹਿੰਦੂਆਂ ਦੀ ਚਰਬੀ ਜਾਂ ਸਿੱਖਾਂ ਦੀ ਚਰਬੀ ਜਾਂ ਈਸਾਈਆਂ ਦੀ ਚਰਬੀ ਜਾਂ ਦਲਿਤਾਂ ਦੀ ਚਰਬੀ ਨਾਲ ਬਣਿਆ, ਜਾਂ ਉਹ ਦਰਖਤਾਂ ਦੀ ਚਰਬੀ ਨਾਲ ਬਣਿਆ, ਜਾਂ ਉਹ ਹਿੰਦੂ ਮੁਸਲਮਾਨ। ਇਹ ਸਵਾਲ ਕਿਸੇ ਨੇ ਨਹੀਂ ਕਰਨੇ ਕਿ ਥੱਲੇ ਤਾਂ ਬਈ ਕੋਈ ਤੁਸੀਂ ਫੈਸਲਾ ਹੀ ਨਹੀਂ ਕਰ ਸਕਦੇ। ਥੱਲੇ ਪਾਣੀ ਹੈ, ਕੋਲਾ ਹੈ, ਤੇਲ ਹੈ, ਹੋਰ ਖਣਿਜ ਨੇ, ਇਹਨਾਂ ਦਾ ਕਿਵੇਂ ਫੈਸਲਾ ਕਰੋਗੇ ਕਿ ਹਿੰਦੂਆਂ ਦੇ ਨੇ ਜਾਂ ਮੁਸਲਮਾਨਾਂ ਦੇ ਜਾਂ ਸਿੱਖਾਂ ਦੇ ਨੇ ਜਾਂ ਈਸਾਈਆਂ ਦੇ ਨੇ ਜਾਂ ਦਲਿਤਾਂ ਦੇ ਨੇ ਜਾਂ ਆਦੀਵਾਸੀਆਂ ਦੇ, ਕਿਵੇਂ ਫੈਸਲਾ ਕਰੋਗੇ। ਸੋ ਇਹ ਗੱਲ ਪਾਸੇ ਤਾਂ ਜਾਣਾ ਨਹੀਂ ਅਸੀਂ। ਕਿਉਂ ਨਹੀਂ ਜਾਣਾ? ਕਿਉਂਕਿ ਅਸੀਂ ਵਿਗਿਆਨ ਤੋਂ ਲਾਂਭੇ ਕਰਕੇ ਲੋਕਾਂ ਨੂੰ ਭੀੜ ਤੰਤਰ ਬਣਾਉਣਾ ਚਾਹੁੰਦੇ ਹਾਂ।
ਭੀੜ ਤੰਤਰ ਬਣਾਉਣ 'ਚ ਸਾਡੀ ਇਹ ਤੰਗ ਸੋਚ ਜਿਹੜੀ ਹੈ, ਇਹ ਸੋਚ ਕਿ ਸ਼ਾਇਦ ਅਸੀਂ ਜਿਹੜਾ ਹੈਗਾ ਸੱਭਿਆਚਾਰਕ ਰਾਸ਼ਟਰਵਾਦ ਲੈ ਆਵਾਂਗੇ, ਅਸੀਂ ਸੰਸਕ੍ਰਿਤਕ ਰਾਸ਼ਟਰਵਾਦ ਜਿਹਨੂੰ ਇਹ ਕਹਿੰਦੇ ਨੇ, ਅਸੀਂ ਸੱਭਿਆਚਾਰਕ ਰਾਸ਼ਟਰਵਾਦ ਲੈ ਆਵਾਂਗੇ ਜਿਹਦੇ 'ਚ ਹਿੰਦੂਆਂ ਦਾ ਬਿਲਕੁਲ ਆਪਦੀ ਮਰਜ਼ੀ ਚੱਲੇਗੀ, ਬਾਕੀਆਂ ਨੇ ਜੇ ਥੱਲੇ ਲੱਗ ਕੇ ਰਹਿਣਾ ਰਹਿ ਜਾਣ, ਨਹੀਂ ਤਾਂ ਨਾ ਰਹਿਣ। ਇਹ ਗੱਲ ਇਹਨਾਂ ਦੀ ਖਾਮਖਿਆਲੀ ਹੈ, ਇਹਨਾਂ ਦਾ ਭੁਲੇਖਾ ਹੈ। ਇਸ ਤਰ੍ਹਾਂ ਦਾ ਇੱਕ ਰੰਗ ਰੰਗਣ ਵਾਲੇ ਬਹੁਤ ਇੱਥੇ ਆਏ ਨੇ। ਔਰੰਗਜ਼ੇਬ ਵੀ ਆਇਆ, ਔਰੰਗਜ਼ੇਬ ਨੇ ਬਥੇਰਾ ਜ਼ੋਰ ਲਾਇਆ ਸੀ। ਕਈ ਤਾਂ ਕਹਿੰਦੇ ਨੇ ਸਵਾ ਮਣ ਜਨੇਊ ਢਾਹ ਕੇ ਰੋਟੀ ਖਾਂਦਾ ਸੀ, ਉਹ ਸਵਾ ਮਣ ਜਨੇਊ ਢਾਹ ਕੇ ਖਾਂਦਾ ਸੀ ਜਾਂ ਨਹੀਂ ਖਾਂਦਾ ਸੀ। ਪਰ ਇਹ ਗੱਲ ਤਾਂ ਠੀਕ ਹੈ ਵੀ ਉਸ ਨੇ ਭਾਵੇਂ ਕਿ ਹਿੰਦੂ ਮੰਦਰਾਂ ਨੂੰ ਵੀ ਕਈ ਵਾਰੀ ਉਹਨੇ ਗ੍ਰਾਂਟਾਂ ਦਿੱਤੀਆਂ, ਪਰ ਉਹ ਮੁਸਲਮਾਨ ਤਾਂ ਬਣਾ ਹੀ ਰਿਹਾ ਸੀ। ਇੱਦਾਂ ਹੀ ਇੱਥੇ ਈਸਾਈ ਆਏ, ਉਹਨਾਂ ਨੇ ਇੱਥੇ ਈਸਾਈ ਬਣਾਏ ਲੋਕਾਂ ਨੂੰ। ਜਿਹੜੇ ਗਰੀਬ ਲੋਕ ਨੇ ਉਹ ਉਸ ਪਾਸੇ ਨੂੰ ਜਾਂਦੇ ਨੇ ਜਿੱਥੇ ਉਹਨਾਂ ਨੂੰ ਥੋੜ੍ਹੀ ਮੋਟੀ ਬਰਾਬਰਤਾ ਲੱਗੇ। ਮੁਸਲਮਾਨ ਧਰਮ ਦੇ ਵਿੱਚ ਵੀ ਬਰਾਬਰਤਾ ਜ਼ਿਆਦਾ ਸੀ, ਉਹ ਗੱਲ ਵੱਖਰੀ ਆ ਵੀ ਹੁਣ ਭਾਵੇਂ ਉਨੀ ਨਾ ਰਹੀ ਹੋਵੇ। ਸਿੱਖਾਂ ਦੇ ਵਿੱਚ ਵੀ ਬਰਾਬਰਤਾ ਸੀ, ਤਾਂ ਹੀ ਸਿੱਖਾਂ ਵੱਲ ਜਿੰਨੇ ਪੰਜੇ ਪਿਆਰੇ ਸੀ ਉਹ ਸਾਰੇ ਆਪਾਂ ਨੂੰ ਪਤਾ ਹੀ ਹੈ, ਜਿਨ੍ਹਾਂ ਨੇ ਨੀਚੀਆਂ ਜਾਤਾਂ ਕਹਿੰਦੇ ਨੇ ਜਾਂ ਉਹ ਵੀ ਸੀ ਕਹਿੰਦੇ ਨੇ, ਉਹਨਾਂ 'ਚੋਂ ਹੀ ਸੀਗੇ। ਸੋ ਇਸ ਕਰਕੇ ਇਹੀ ਜਿਹੀ ਕੋਈ ਗੱਲ ਨਹੀਂ ਹੈ। ਦੇਸ਼ ਦੇ ਵਿੱਚ ਅੱਜ ਜਾਣ ਬੁੱਝ ਕੇ ਕਰਿਆ ਜਾ ਰਿਹਾ, ਸਾਡੇ ਦੇਸ਼ ਦੇ ਹੁਕਮਰਾਨਾਂ ਵੱਲੋਂ ਕਰਿਆ ਜਾ ਰਿਹਾ। ਇਹ ਕੋਈ ਐ ਨਹੀਂ ਹੈ ਵੀ ਅਚਾਨਕ ਹੋ ਰਿਹਾ। ਸੋ ਸਾਨੂੰ ਸਾਰਿਆਂ ਨੂੰ, ਪਰ ਇਹਦਾ ਇੱਕ ਹਾਂ ਪੱਖੀ ਪੱਖ ਵੀ ਹੈ। ਇੱਕ ਇਹਦੇ 'ਚ ਹਨੇਰੇ 'ਚ ਚਾਨਣ ਦੀ ਰਿਸ਼ਮ ਵੀ ਦਿਖਦੀ ਹੈ। ਉਹ ਚਾਨਣ ਦੀ ਰਿਸ਼ਮ ਇਹ ਹੈ, ਬਹੁਤ ਸਾਰੇ ਵਕੀਲਾਂ ਤੇ ਜੱਜਾਂ ਨੇ, ਸਾਬਕਾ ਸੁਪਰੀਮ ਕੋਰਟ ਤੱਕ ਦੇ ਜੱਜ ਸਾਹਿਬਾਨਾਂ ਨੇ ਲਿਖੀ ਹੈ ਚਿੱਠੀ ਸੁਪਰੀਮ ਕੋਰਟ ਨੂੰ ਵੀ ਤੁਸੀਂ ਕੀ ਕਰਦੇ ਹੋ, ਆਪਣੇ ਫਰਜ਼ ਨਿਭਾਓ। ਪ੍ਰਸ਼ਾਂਤ ਭੂਸ਼ਣ ਜੀ ਨੇ ਕਿਹਾ, ਹੋਰ ਬਹੁਤ ਸਾਰੇ ਲੋਕ ਅੱਗੇ ਆ ਰਹੇ ਨੇ ਕਹਿਣ ਵਾਸਤੇ, ਤੇ ਬਾਕੀ UN 'ਚ ਮਾਮਲਾ ਉੱਠ ਰਿਹਾ ਹੈ। ਉਹਦੇ ਨਾਲ ਮੈਨੂੰ ਲੱਗਦਾ ਹੈ ਵੀ ਇਹਨਾਂ ਦੀ ਤਾਂ ਕੋਈ ਮਨਸ਼ਾ ਹੈ ਨਹੀਂ ਸ਼ਾਂਤੀ ਕਰਨ ਦੀ, ਪਰ ਇਹਨਾਂ ਦੀ ਮਜਬੂਰੀ ਬਣ ਜੇਗੀ ਕਿ ਭਾਈਚਾਰੇ ਨੂੰ ਇੰਨਾ ਨਾ ਟੁੱਟਣ ਦਿੱਤਾ ਜਾਵੇ। ਡਾਕਟਰ ਸਾਹਿਬ, ਇੱਕ ਮੇਰਾ ਸਵਾਲ ਹੋਰ ਹੈ। ਜੋ ਸਮਰਥਨ ਦੇ ਵਿੱਚ ਲੋਕ ਆਉਂਦੇ ਨੇ, ਇਹ ਲੋਕ ਆਮ ਸਧਾਰਨ ਲੋਕ ਹੁੰਦੇ ਨੇ ਜਾਂ ਫਿਰ ਮੈਨੂਪਲੇਟ ਕਰੇ ਹੋਏ ਹੁੰਦੇ ਨੇ? ਕਿਉਂਕਿ ਜੇਕਰ ਸਧਾਰਨ ਲੋਕ ਨੇ ਤਾਂ ਆਹ ਵੀ ਵਰਤਾਰਾ ਮਾੜਾ ਨਾ, ਦੇਸ਼ ਉਹਨਾਂ ਨੂੰ ਧੱਕਣ ਤੇ ਲੱਗਿਆ ਹੋਇਆ ਤੇ ਉਹ ਨਾਲ ਹਾਮੀ ਭਰੇ ਨੇ ਇਸ ਗੱਲ ਦੀ ਕਿ ਜੋ ਕੁਝ ਹੋ ਰਿਹਾ ਆਹ ਠੀਕ ਹੈ। ਸਮਰਥਨ ਦੇ ਵਿੱਚ ਇਕੱਠੀਆਂ ਹੋਣ ਵਾਲੀਆਂ ਭੀੜਾਂ ਖੜਕਾਉਣੀਆਂ। ਦੇਖੋ, ਜਿਹੜੀਆਂ ਭੀੜਾਂ ਨੇ, ਭੀੜਾਂ, ਪਹਿਲੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਜਿਹੜੇ ਜਿਨ੍ਹਾਂ ਨੂੰ ਹਿੰਦੂ ਕਿਹਾ ਜਾਂਦਾ ਹੈ, ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ, ਉਹ ਕੋਈ ਵਿਚਾਰਧਾਰਾ ਰੱਖਦੇ ਹੋਣ, ਉਹ ਸਾਰੇ ਘਰਾਂ 'ਚ ਪੂਜਾ ਪਾਠ ਜ਼ਰੂਰ ਕਰਦੇ ਨੇ। ਉਹਨਾਂ ਨੂੰ ਇਹ ਜਚਾਤ ਆ ਵੀ ਤੁਹਾਡੇ ਪੂਜਾ ਪਾਠ 'ਤੇ ਹਮਲਾ, ਇਸ ਕਰਕੇ ਉਹ ਹਰੇਕ ਹੀ ਉੱਠ ਕੇ ਤੁਰਿਆ ਹੋਇਆ। ਦੂਜਾ, ਬਹੁਤ ਸਾਰੇ ਹਿੰਦੂ ਜਿਹੜੇ ਨੇ ਉਹ ਗਰੀਬ ਨੇ, ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਹਨਾਂ ਦੇ ਵਪਾਰ ਬੰਦ ਹੋ ਰਹੇ ਨੇ, ਉਹਨਾਂ ਦੀਆਂ ਦੁਕਾਨਾਂ ਬੰਦ ਹੋ ਰਹੀਆਂ ਨੇ, ਉਹਨਾਂ ਨੂੰ ਪੜ੍ਹਾਈ ਨਹੀਂ ਮਿਲ ਰਹੀ, ਉਹਨਾਂ ਨੂੰ ਸਿਹਤ ਨਹੀਂ ਮਿਲ ਰਹੀ, ਉਹਨਾਂ ਨੂੰ ਘਰ ਨਹੀਂ ਮਿਲ ਰਹੇ, ਉਹਨਾਂ ਨੂੰ ਪੀਣ ਦਾ ਪਾਣੀ ਨਹੀਂ ਮਿਲ ਰਿਹਾ, ਉਹਨਾਂ ਨੂੰ ਹਵਾ ਨਹੀਂ ਮਿਲ ਰਹੀ, ਉਹਨਾਂ ਨੂੰ ਇਲਾਜ ਨਹੀਂ ਮਿਲ ਰਿਹਾ। ਸੋ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਵੀ ਤੁਹਾਡੇ ਸਾਰੇ ਕਾਸੇ ਦਾ, ਜਿਹੜੀਆਂ ਤੁਹਾਡੀਆਂ ਐਡੀਆਂ ਵੱਡੀਆਂ ਮੁਸੀਬਤਾਂ ਪੈਦਾ ਹੋ ਗਈਆਂ, ਤੁਹਾਡਾ ਜੀਵਨ ਹੀ ਦੁੱਭਰ ਹੋ ਗਿਆ, ਇਹਦੇ ਜ਼ਿੰਮੇਵਾਰ ਆ ਮੁਸਲਮਾਨ ਨੇ ਜਿਹੜੇ 8-8 ਜਵਾਕ ਜੰਮੀ ਜਾਂਦੇ ਨੇ, ਜਿਹੜੇ 4-4 ਬੀਵੀਆਂ ਰੱਖਦੇ ਨੇ। ਇਹ ਗੰਦੇ ਰਹਿੰਦੇ ਨੇ, ਇਹ ਪਰਿਆਵਰਨ ਜਿਹੜਾ ਗੰਦਲਾ ਕਰੇ ਹੀ ਇਹਨਾਂ ਨੇ ਹੈ, ਇਹ ਜਹਾਦੀ ਨੇ। ਸੋ ਇਸ ਕਰਕੇ ਉਹ ਸਾਰਿਆਂ ਦੇ ਮਨ 'ਚ ਇਹ ਜਚਾਤਾ ਕਿ ਸਾਡੀਆਂ ਆਰਥਿਕ ਨੀਤੀਆਂ, ਸਾਡੀ ਰਾਜਨੀਤੀ, ਸਾਡੇ ਭ੍ਰਿਸ਼ਟਾਚਾਰ, ਸਾਡੇ ਨੇਤਾਵਾਂ ਦਾ ਅੰਬਾਨੀਆਂ ਅਡਾਨੀਆਂ ਨੂੰ, ਸਰਮਾਏਦਾਰੀ ਦਾਰਾਂ ਨੂੰ ਸਭ ਕੁਝ ਦੇ ਦੇਣ ਦਾ ਜਿਹੜਾ ਇਰਾਦਾ ਹੈ, ਰਾਜ ਸੱਤਾ ਨੂੰ ਵਰਤ ਕੇ ਉਹਨੂੰ ਲੁਕਾਉਂਦੇ ਨੇ ਤੇ ਲੋਕਾਂ ਨੂੰ ਆਪਸ ਵਿੱਚ ਲੜਾਉਂਦੇ ਨੇ। ਅਸਲ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਅਲਾਮਤਾਂ ਨੇ, ਬੇਰੁਜ਼ਗਾਰੀ ਹੈ, ਭੁੱਖਮਰੀ ਹੈ, ਤੇ ਹੁਣੀ ਪਿੱਛੇ ਸਰਵੇ ਆਇਆ ਸੀ ਸਰਕਾਰ ਦਾ ਸਰਵੇਖਣੀ, ਜਿਹ 'ਚ 99% ਬੱਚੇ ਜਿਹੜੇ ਨੇ ਪੰਜਾਬ ਦੇ ਵਿੱਚ ਵੀ, ਉਹਨਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲ ਰਿਹਾ। 63% ਲੜਕੀਆਂ ਜਿਹੜੀਆਂ ਨੇ, ਜਿਹੜੀਆਂ ਮੁਟਿਆਰਾਂ, ਉਹ ਅਨੀਮੀਆ ਦਾ ਸ਼ਿਕਾਰ ਨੇ। 71% ਬੱਚੇ ਅਨੀਮੀਆ ਦਾ ਸ਼ਿਕਾਰ ਨੇ। ਇਹ ਬਹੁਤ ਵੱਡੀ ਗੱਲ ਹੈ। 27% ਜਿਹੜੇ ਹੈਗੇ, 30% ਗੱਭਰੂ, ਜਿਹਨੂੰ ਅਸੀਂ ਕਹਿੰਦੇ ਹਾਂ 14 ਤੋਂ 19 ਸਾਲ ਦੇ, ਉਹ ਜਿਹੜੇ ਨੇ ਉਹ ਅਨੀਮੀਆ ਦਾ ਸ਼ਿਕਾਰ ਨੇ। ਇਹ ਕਿਉਂ ਨੇ? ਇਹਦਾ ਕਾਰਨ ਦੱਸਿਆ ਜਾ ਰਿਹਾ ਵੀ ਆਹ ਜਿਹੜੇ ਮੁਸਲਮਾਨ ਨੇ ਤੁਹਾਡਾ ਖਾ ਜਾਂਦੇ ਨੇ। ਇਸ ਕਰਕੇ ਭੀੜ ਤੰਤਰ, ਕੁਝ ਪੈਸੇ ਦੇ ਕੇ, ਕੁਝ ਗੁੰਮਰਾਹ ਕਰਕੇ, ਕੁਝ ਉਹਨਾਂ ਨੂੰ ਧਾਰਮਿਕ, ਇਹਨਾਂ 'ਚੋਂ ਕਿਸੇ ਨੂੰ ਯੋਗਾ ਚਲਾ ਲਿਆ, ਕਿਸੇ ਨੂੰ ਕਿਤੇ ਲਾ ਲਿਆ, ਉਹਨਾਂ ਜਥੇਬੰਦੀਆਂ ਰਾਹੀਂ, ਕੋਈ ਗਊ ਰਕਸ਼ਕ ਬਣਿਆ ਹੋਇਆ ਉਹਨਾਂ ਰਾਹੀਂ, ਕੁਝ ਉਹਦੇ 'ਚ ਜਿਹੜਾ ਐਲੀਮੈਂਟ ਜਿਹਨੂੰ ਲੰਪਣ ਐਲੀਮੈਂਟ ਕਹਿੰਦੇ ਨੇ, ਮਤਲਬ ਲੁੱਟ ਖੋਹ ਕਰਨ ਵਾਲਾ, ਉਹ ਸਾਰਿਆਂ ਦਾ ਮਿਲਗੋਬਾ ਹੈ, ਕੋਈ ਇੱਕ ਤਰ੍ਹਾਂ ਦਾ ਨਹੀਂ ਹੈ। ਉਹ ਮਿਲਗੋਬਾ ਫਟਾਫਟ ਉਹਨੂੰ ਜਦ ਮੌਕਾ ਮਿਲਦਾ ਕਹਿੰਦੇ ਚੱਕ ਦੋ ਫੱਟੇ, ਉਹ ਤਾਂ ਆ ਰਿਹਾ। ਇਹ ਭੀੜ ਤੰਤਰ ਉਸ ਤਰ੍ਹਾਂ ਬਣਾਇਆ, ਔਰ ਸਰਕਾਰ ਦੀ ਸ਼ਹਿ ਨਾਲ ਬਣਦਾ। ਸਰਕਾਰ ਦੀ ਸ਼ਹਿ ਤੋਂ ਬਿਨਾਂ ਭੀੜ ਤੰਤਰ ਕਦੀ ਵੀ ਨਹੀਂ ਬਣਦਾ। ਬਿਲਕੁਲ। ਡਾਕਟਰ ਸਾਹਿਬ, ਮੇਰਾ ਇੱਕ ਹੋਰ ਸਵਾਲ ਹੈ ਕਿ ਜਿਵੇਂ ਦੇਸ਼ ਦੇ ਵਿੱਚ ਆਹ ਘਟਨਾਵਾਂ ਨੇ, ਭਾਵੇਂ ਹਿੰਦੂ ਮੁਸਲਿਮ ਡਿਬੇਟ ਹੋ ਗਈ, ਘੱਟ ਗਿਣਤੀਆਂ ਤੇ ਹਮਲੇ ਹੋ ਗਏ,
ਜਿਹੜੇ ਜੋ ਦੇਸ਼ ਦੇ ਵੱਡੇ ਮੁੱਦੇ ਨੇ, ਸੂਬਿਆਂ ਦੇ, ਪੰਜਾਬ ਦੇ ਵੱਡੇ ਮੁੱਦੇ ਨੇ, ਇਹਨਾਂ ਨੂੰ ਇੱਕ ਤਾਂ ਸਮਝਣ ਵਾਲੇ ਲੋਕ ਨੇ, ਜੋ ਸਾਰੇ ਵਰਤਾਰੇ ਨੂੰ ਸਮਝਦੇ ਨੇ ਕਿ ਵਾਪਰ ਕੀ ਰਿਹਾ। ਉਹ ਸਮਝਦਿਆਂ ਹੋਇਆਂ ਵੀ, ਸਮਰੱਥਾ ਰੱਖਦਿਆਂ ਹੋਇਆਂ ਵੀ ਉਹ ਸਾਇਲੈਂਟ ਹੋ ਜਾਂਦੇ ਨੇ ਕਿ ਯਾਰ ਸਾਨੂੰ ਕੀ ਲੈਣਾ, ਜੋ ਕੁਛ ਵਾਪਰ ਰਿਹਾ, ਵਾਪਰ ਲੈਣ ਦਿਓ। ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ। ਸਭ ਕੁਛ ਜਾਣਦਿਆਂ ਹੋਇਆਂ, ਸਮਝਦਿਆਂ ਹੋਇਆਂ ਵੀ ਲੋਕਾਂ ਦਾ ਇਹਨਾਂ ਮੁੱਦਿਆਂ ਦੇ ਉੱਪਰ ਲੜਾਈ ਨਾ ਲੜਨਾ, ਚੁੱਪ ਕਰਕੇ ਬੈਠ ਜਾਣਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਬਿਲਕੁਲ ਠੀਕ ਹੈ, ਸਵਾਲ ਬਹੁਤ ਜਾਇਜ਼ ਹੈ ਔਰ ਢੁਕਵਾਂ ਸਵਾਲ ਹੈ, ਸਮੇਂ ਦੇ ਹਿਸਾਬ ਨਾਲ ਹੈ। ਅਸਲ 'ਚ ਅਸੀਂ ਬੁੱਧੀਜੀਵੀ, ਜਿਹੜਾ ਸਿਆਣਾ ਬੰਦਾ, ਚਾਹੇ ਜ਼ਰੂਰੀ ਨਹੀਂ ਵੀ ਉਹ ਬਹੁਤ ਪੜ੍ਹਿਆ ਹੋਵੇ, ਜਿਹੜੇ ਸਿਆਣਪ ਸੀ ਉਹ ਅਸੀਂ ਸਿਆਣਪ ਨਹੀਂ ਪੈਦਾ ਕਰੀ। ਅਸੀਂ ਪਿਛਲੇ ਸਮੇਂ ਦੇ ਵਿੱਚ, ਚਾਹੇ ਸਾਡੀ ਸਮਾਜਿਕ ਤਾਣੇ ਬਾਣੇ ਰਾਹੀਂ, ਚਾਹੇ ਧਾਰਮਿਕ ਤਾਣੇ ਬਾਣੇ ਰਾਹੀਂ, ਚਾਹੇ ਸਿੱਖਿਆ ਦੇ ਤਾਣੇ ਬਾਣੇ ਰਾਹੀਂ, ਚਾਹੇ ਰਾਜਨੀਤਿਕ ਤਾਣੇ ਬਾਣੇ ਰਾਹੀਂ, ਅਸੀਂ ਖੁਦਗਰਜ਼ ਜ਼ਿਆਦਾ ਪੈਦਾ ਕਰੇ ਨੇ। ਉਹ ਪੜ੍ਹੇ ਲਿਖੇ ਬਹੁਤ ਹੋ ਸਕਦੇ ਨੇ, ਉਹਨਾਂ ਕੋਲ ਡਿਗਰੀਆਂ ਵੱਡੀਆਂ ਹੋ ਸਕਦੀਆਂ ਨੇ, ਉਹ ਵੱਡੇ ਧਰਮ ਗੁਰੂ ਹੋ ਸਕਦੇ ਨੇ, ਉਹ ਵੱਡੇ ਦਾਨੀ ਹੋ ਸਕਦੇ ਨੇ, ਉਹ ਵੱਡੇ ਅਮੀਰ ਹੋ ਸਕਦੇ ਨੇ, ਉਹ ਇੰਡਸਟਰੀਲਿਸਟ ਹੋ ਸਕਦੇ ਨੇ, ਪਰ ਉਹ ਖੁਦਗਰਜ਼ ਬਹੁਤੇ ਨੇ ਉਹਨਾਂ 'ਚੋਂ। ਖੁਦਗਰਜ਼ੀ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਵੀ ਇਹਦੇ 'ਚੋਂ ਸਾਨੂੰ ਫਾਇਦਾ ਹੁੰਦਾ ਹੈ। ਜੇ ਲੋਕ ਆਪਸ ਵਿੱਚ ਲੜਦੇ ਨੇ, ਕਿਸੇ ਦੇ ਗੱਲ ਨਹੀਂ ਪੈਂਦੇ, ਤਾਂ ਉਹਨਾਂ ਦੀ ਜ਼ਮੀਨ ਹਥਿਆਉਣੀ ਬਹੁਤ ਸੌਖੀ ਹੈ। ਜੇ ਲੋਕ ਆਪਸ ਵਿੱਚ ਲੜਾਈ ਕਰਦੇ ਨੇ ਤਾਂ ਉਹਨਾਂ ਦੇ ਉੱਤੇ ਮੁੜ ਕੇ ਪੁਲਿਸ ਤੰਤਰ ਰਾਹੀਂ, ਹੋਰ ਤੰਤਰ ਰਾਹੀਂ, ਰਾਜਨੀਤਿਕ ਰਾਹੀਂ, ਧਰਮ ਰਾਹੀਂ ਉਹਨਾਂ 'ਤੇ ਗਲਬਾ ਪਾਉਣਾ ਸੌਖਾ ਹੈ। ਉਹਨਾਂ ਨੂੰ ਪੁੱਠੇ ਪਾਸੇ ਲਾਉਣਾ ਸੌਖਾ ਹੈ। ਉਹ ਪੁੱਠੇ ਪਾਸੇ ਲਾਉਣ 'ਚ, ਗਲਬਾ ਪਾਉਣ 'ਚ ਉਹਨਾਂ ਨੂੰ ਬੈਨੀਫਿਟ ਹੁੰਦਾ, ਲਾਭ ਹੁੰਦਾ, ਕਿਉਂਕਿ ਉਹਨਾਂ ਦੀ ਤਾਂ ਸੱਤਾ ਨੂੰ ਫਿਰ ਚੁਣੌਤੀ ਨਹੀਂ। ਜਿਹੜੇ ਤੁਸੀਂ ਕਿਹਾ ਹੈ, ਗਿਣੇ ਨੇ ਵੀ ਉਹ ਜਾਣਦੇ ਬੁੱਝਦੇ ਬਹੁਤੇ ਬੋਲਦੇ ਨਹੀਂ, ਉਹ ਜਾਣਦੇ ਬੁੱਝਦੇ ਤਾਂ ਰਾਜ ਕਰ ਰਹੇ ਨੇ। ਚਾਹੇ ਉਹ ਅਧਿਕਾਰੀ ਨੇ, ਚਾਹੇ ਉਹ ਡਾਕਟਰ ਨੇ, ਚਾਹੇ ਉਹ ਇੰਜੀਨੀਅਰ ਨੇ, ਚਾਹੇ ਉਹ ਪੁਲਿਸ 'ਚ ਨੇ, ਚਾਹੇ ਉਹ ਰਾਜਨੀਤੀ 'ਚ ਨੇ, ਉਹੋ ਹੀ, ਚਾਹੇ ਵਪਾਰ 'ਚ ਨੇ, ਉਹੋ ਹੀ ਤਾਂ ਫਾਇਦਾ ਲੈਂਦੇ ਨੇ। ਇਸ ਕਰਕੇ ਉਹ ਸਮਝਦੇ ਨੇ ਵੀ ਜਿਹੜਾ ਇਹ ਰੌਲਾ ਗੌਲਾ ਪੈਂਦਾ ਰਹੇ, ਲੋਕ ਇੱਕ ਦੂਜੇ ਦਾ ਗਰਦਨ ਲਾਉਂਦੇ ਰਹਿਣ, ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਰਹਿਣ, ਇਸੇ ਗੱਲ 'ਚ ਹੀ ਉਹਨਾਂ ਦੀ ਲੁੱਟ ਕਾਇਮ ਹੁੰਦੀ ਹੈ। ਕਿਉਂਕਿ ਜੇ ਅੱਗ ਲੱਗੀ ਰਹੂ ਤਾਂ ਉਹਨਾਂ ਨੂੰ ਅਜੇ ਐਂ ਲੱਗਦਾ, ਪਰ ਉਹ ਇਹ ਗੱਲ ਨੂੰ ਭੁੱਲਦੇ ਨੇ ਵੀ ਜਦ ਜੰਗਲ ਨੂੰ ਅੱਗ ਲੱਗਦੀ ਹੈ ਨਾ, ਉਦੋਂ ਵੱਡੇ ਵੱਡੇ ਦਰਖਤ ਵੀ ਸੜ ਜਾਂਦੇ ਨੇ, ਘਾਹ ਫੂਸ ਨੇ ਤਾਂ ਸੜਨਾ ਹੀ ਹੁੰਦਾ। ਫਿਰ ਉਦੋਂ ਕੋਈ ਬਚਦਾ ਹੈ। ਜਿਹੜੇ ਤੁਸੀਂ ਕਹੇ ਨੇ ਕੁਝ ਬੰਦੇ ਜਿਹੜੇ ਬੋਲਦੇ ਨੇ, ਬਾਕੀ ਨਹੀਂ ਬੋਲਦੇ। ਇਸ ਵਾਸਤੇ ਕਿਹਾ, ਦਾਵਾ ਨੇ ਹਰ ਤਰਨ ਜਾਲਿਓ, ਕੋਈ ਹਰਿਆ ਬੂਟ ਰੇ ਹੋਰੀ। ਕੋਈ ਹਰਾ ਬੂਟ ਬਚਦਾ ਹੈ, ਬਾਕੀ ਸਾਰੀ ਇਹ ਜਿਹੜੀ ਜੰਗਲ ਦੀ ਅੱਗ ਲੱਗੀ ਹੋਈ ਹੈ, ਸਰਮਾਏਦਾਰੀ ਦੀ ਦੌੜ ਦੀ, ਪੈਸਾ ਇਕੱਠਾ ਕਰਨ ਦੀ ਦੌੜ ਦੀ, ਸਰਮਾਏਦਾਰ ਦੇ ਨਾਲ ਖੜੇ ਹੋਣ ਦੀ, ਸਾਰੇ ਪਰਿਆਵਰਨ ਨੂੰ ਖਰਾਬ ਕਰਕੇ, ਲੁੱਟ ਕਰਕੇ, ਇੱਕ ਕੋਲੇ ਕੁਝ ਤਾਕਤਾਂ ਕੋਲੇ, ਕੁਝ ਸਰਮਾਏਦਾਰਾਂ ਕੋਲੇ, ਕਾਰਪੋਰੇਟਾਂ ਕੋਲੇ ਸਾਰਾ ਧਨ ਦੌਲਤ, ਕੁਦਰਤੀ ਸੰਪਤੀ ਨੂੰ ਇਕੱਠਾ ਕਰਨ ਦੀ ਇਹ ਦੌੜ ਦੇ ਵਿੱਚ ਉਹਨਾਂ ਨੂੰ ਅਜੇ ਉਹਨਾਂ ਦੀ ਅੱਖ ਅੱਗੇ ਪੜਦਾ ਪਿਆ ਹੋਇਆ ਕਹਿ ਲਓ, ਚਾਹੇ ਅਜੇ ਉਹਨਾਂ ਦਾ ਲਾਲਚ ਕਹਿ ਲਓ, ਜਾਂ ਕਹਿ ਲਓ ਵੀ ਅਜੇ ਉਹਨਾਂ ਨੂੰ ਇਹ ਲੱਗਦਾ ਵੀ ਅਜੇ ਤਾਂ ਸਾਡੀ ਜਿੱਤ ਹੈ, ਜਿੱਤ 'ਚੋਂ ਹੰਕਾਰ 'ਚ ਨੇ, ਹੰਕਾਰ ਨਾਲ ਅੰਨੇ ਹੋਏ ਨੇ। ਉਹ ਜਿਹੜਾ ਹੈਗਾ ਉਹਦੇ ਵਿੱਚ ਉਹ ਇਹ ਭੁੱਲ ਜਾਂਦੇ ਨੇ ਵੀ ਇਹ ਅੱਗ 'ਚ ਅਸੀਂ ਵੀ ਸੜਾਂਗੇ। ਪੂਰੀ ਦੁਨੀਆ 'ਚ ਅੱਗ ਚੱਲ ਰਹੀ ਹੈ, ਇਹ ਕੋਈ ਇੱਥੇ ਨਹੀਂ ਹੈ ਇਕੱਲਾ। ਇਹਦੇ ਵਿੱਚ ਦੁਨੀਆ ਦੇ ਵਿੱਚ ਅੱਜ ਬੇਰੁਜ਼ਗਾਰੀ, ਅੱਜ ਦੁਨੀਆ ਦੇ ਵਿੱਚ ਅਰਥਚਾਰਾ ਥੱਲੇ ਜਾ ਰਹੇ ਨੇ, ਦੁਨੀਆ ਦੇ ਅਰਥਚਾਰੇ ਅੱਜ ਹਥਿਆਰਾਂ ਨਾਲ ਮਾਮਲੇ ਹੱਲ ਨਹੀਂ ਹੋ ਰਹੇ। ਅੱਜ ਯੂਕਰੇਨ ਤੇ ਰੂਸ ਦੀ ਜੰਗ ਦੇ ਵਿੱਚ ਆਪਾਂ ਦੇਖ ਹੀ ਲਿਆ ਵੀ ਹਥਿਆਰਾਂ ਨਾਲ ਮਾਮਲਾ ਕਿੰਨੇ ਮਹੀਨੇ ਹੋ ਗਏ, ਹੁਣ ਤਾਂ ਉਹ ਹੱਲ ਨਹੀਂ ਹੋ ਰਿਹਾ। ਕਦ ਹੋਊਗਾ ਦੇਖੀ ਜਾਊ, ਪਰ ਵਡਾਂਗਾ ਬਹੁਤ ਹੋ ਰਿਹਾ। ਸੋ ਇਸੇ ਤਰ੍ਹਾਂ ਇੱਥੇ ਵੀ ਜਿਹੜਾ ਸਾਨੂੰ ਭੁਲੇਖਾ ਹੈ ਵੀ ਅਸੀਂ ਰੋਜ਼ ਹੀ ਪਾਕਿਸਤਾਨ ਕਰ ਕਰਕੇ, ਹਿੰਦੂ ਮੁਸਲਮਾਨ ਕਰ ਕਰਕੇ ਕੋਸ਼ਿਸ਼ ਕਰ ਰਹੇ ਹਾਂ ਜੀਣ ਦੀ। ਕੀ ਸਾਡੇ ਵਾਸਤੇ ਇਕੱਲਾ ਪਾਕਿਸਤਾਨ ਹੀ ਰਹਿ ਗਿਆ? ਕੀ ਸਾਡੇ ਵਾਸਤੇ ਚੀਨ ਤੋਂ ਅਸੀਂ ਡਰਦੇ ਹਾਂ? ਚੀਨ ਦੇ ਸਾਹਮਣੇ ਅਸੀਂ ਬੋਲੇ ਨਹੀਂ। ਚੀਨ ਨੇ ਤਾਂ ਹੁਣ ਵੀ ਕਹਿਤਾ ਵੀ ਅਸੀਂ ਤਾਂ ਹੀ ਰੱਖਾਂਗੇ ਪੋਸਟਾਂ ਆਪਦੀਆਂ, ਉੱਥੇ ਤਾਂ ਅਸੀਂ ਬੋਲੇ ਨਹੀਂ। ਸੋ ਅਸੀਂ ਜਿਹੜਾ ਕੁਝ ਕਰ ਰਹੇ ਹਾਂ, ਬੇਰੁਜ਼ਗਾਰੀ ਦੇ ਉੱਤੇ ਅਸੀਂ ਕੀ ਕਰ ਰਹੇ ਹਾਂ? ਪਹਿਲਾਂ ਕਿਹਾ ਅਸੀਂ 2 ਕਰੋੜ ਨੌਕਰੀਆਂ ਹਰ ਸਾਲ ਪੈਦਾ ਕਰਾਂਗੇ। ਨੌਕਰੀਆਂ ਤਾਂ ਨਹੀਂ ਮੈਂ ਕਹਾਂਗਾ, ਲੋਕ ਤਾਂ ਨੌਕਰੀਆਂ ਕਹਿੰਦੇ, ਰੁਜ਼ਗਾਰ। 2 ਕਰੋੜ ਰੁਜ਼ਗਾਰ ਹਰ ਸਾਲ ਪੈਦਾ ਕਰਾਂਗੇ। ਸਕਿੱਲਡ ਇੰਡੀਆ ਤੇ ਹੋਰ ਬਣਾ ਕੇ ਇਹਨਾਂ ਨੇ ਡਿਜੀਟਲ ਇੰਡੀਆ ਬਣਾ ਕੇ ਕਿਹਾ, ਪਰ ਨੌਕਰੀਆਂ ਤਾਂ ਪੈਦਾ ਨਹੀਂ ਹੋਈਆਂ। ਉਦੋਂ ਮੁੜ ਕੇ ਸੀਤਾਰਮਨ ਜੀ ਨੇ ਕਹਿਤਾ ਵੀ ਅਸੀਂ 75 ਲੱਖ ਨੌਕਰੀਆਂ ਪੈਦਾ ਕਰਾਂਗੇ ਅਗਲੇ ਸਾਲ 'ਚ। ਹੁਣ ਕਹਿਤਾ ਵੀ ਨਹੀਂ, ਅਸੀਂ 10 ਲੱਖ ਨੌਕਰੀਆਂ ਪੈਦਾ ਕਰਾਂਗੇ ਅਗਲੇ 18 ਮਹੀਨਿਆਂ 'ਚ, ਯਾਨੀ ਕਿ ਚੋਣਾਂ ਆਉਂਦੀਆਂ ਤੱਕ। 2 ਕਰੋੜ ਹਰ ਸਾਲ ਦੇ 10 ਕਰੋੜ ਤੋਂ ਘੱਟ ਕੇ 75 ਲੱਖ ਤੇ ਆ ਗਏ ਬਜਟ 'ਚ। ਬਜਟ ਦੇ 75 ਲੱਖ ਤੋਂ 3 ਮਹੀਨਿਆਂ ਬਾਅਦ ਹੀ, 4 ਮਹੀਨਿਆਂ ਬਾਅਦ ਹੀ ਬਦਲ ਕੇ ਆ ਗਏ ਕਿ ਹੁਣ ਅਸੀਂ 10 ਲੱਖ ਦੇਵਾਂਗੇ। ਉਹਦੇ ਵਿੱਚੋਂ ਵੀ 10 ਲੱਖ 'ਚੋਂ ਕੀ ਹੋਊਗਾ? ਉਹਦੇ ਵਿੱਚੋਂ 3 ਲੱਖ ਨੌਕਰੀ ਉਹ ਹੋਏਗੀ ਜਿਹੜੇ ਅਸੀਂ ਸਿਰਫ 5 ਸਾਲ ਵਾਸਤੇ ਰੱਖਾਂਗੇ, ਜਿਨ੍ਹਾਂ ਨੂੰ ਅਸੀਂ ਅਗਨੀਵੀਰ ਕਹਾਂਗੇ।
ਉਹਨਾਂ ਨੂੰ ਟ੍ਰੇਨਿੰਗ ਦੇ ਕੇ ਉਹਨਾਂ ਚੋਂ 75% ਨੂੰ ਅਸੀਂ ਵਾਪਸ ਭੇਜ ਦਾਂਗੇ 5 ਸਾਲਾਂ ਬਾਅਦ ਵੀ ਜਾਓ ਤੁਸੀਂ ਆਪਣਾ ਜੋ ਮਰਜ਼ੀ ਕਰੋ ਤੇ ਕਿਤੇ ਹੋਰ ਭਰਤੀ ਹੋ, ਜੋ ਕਰਨਾ ਕਰੋ, ਹਥਿਆਰਾਂ ਦੀ ਟ੍ਰੇਨਿੰਗ ਦੇ ਦਾਂਗੇ। ਸੋ ਅਸੀਂ ਇੱਕ ਪਾਸੇ ਵੱਲ ਨੂੰ, ਉਸ ਪਾਸੇ ਵੱਲ ਨੂੰ ਜਾ ਰਹੇ ਹਾਂ ਜਿਸ ਪਾਸੇ ਵੱਲ ਨੂੰ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਸਕੂਲਾਂ 'ਚ ਕਤਲ ਹੋ ਰਹੇ ਨੇ, ਸ਼ਰੇਆਮ ਕਤਲ ਕਰਕੇ ਤੁਰ ਜਾਂਦੇ ਨੇ। ਅਸੀਂ ਜਦ ਸਾਡੀ ਸੁਸਾਇਟੀ ਨੂੰ, ਅਸੀਂ ਤਾਂ ਇੱਕ ਮੂਸੇਵਾਲੇ ਹੋਰਾਂ ਦੇ ਕਤਲ ਦੇ ਉੱਤੇ ਦੇਖਦਾ ਵੀ ਗੈਂਗਸਟਰ ਇੰਨੇ ਪੈਦਾ ਹੋ ਗਏ, ਜਦ ਅਸੀਂ ਵਿਧੀਵਤ ਸਿਖਲਾਈ ਦੇਤੀ ਉਹਨਾਂ ਨੂੰ ਤਾਂ ਫਿਰ ਤੁਸੀਂ ਆਪੇ ਹਿਸਾਬ ਲਾ ਲਓ ਸਮਾਜ 'ਚ ਵਿਧੀਵਤ ਸਿੱਖਿਅਤ ਜਿਹੜੇ ਬੇਰੁਜ਼ਗਾਰ ਹੋਣਗੇ ਉਹ ਕੀ ਕਰਨਗੇ। ਉਹ ਅਸੀਂ ਇਸ ਪਾਸੇ ਵੱਲ ਨੂੰ ਤੋਰ ਰਹੇ ਹਾਂ ਤੇ ਉਹਦੇ ਵਿੱਚ ਜਿਹੜੀ ਹਵਾ ਹੁੰਦੀ ਹੈ ਉਹ ਕੋਈ ਫਰਕ ਨਹੀਂ ਰੱਖਦੀ। ਜਿਵੇਂ ਕਰੋਨਾ ਨੇ ਕੋਈ ਫਰਕ ਨਹੀਂ ਰੱਖਿਆ, ਉਹ 'ਚ ਬਹੁਤ ਸਾਰੇ ਅਮੀਰ, ਬਹੁਤ ਸਾਰੇ ਸਿਆਸਤਦਾਨ, ਬਹੁਤ ਸਾਰੇ ਪੱਤਰਕਾਰ, ਬਹੁਤ ਸਾਰੇ ਡਾਕਟਰ, ਇੰਜੀਨੀਅਰ, ਪ੍ਰਸ਼ਾਸਨਿਕ ਅਧਿਕਾਰੀ ਉਹਦੇ 'ਚ ਮਰੇ ਨੇ। ਇੱਦਾਂ ਹੀ ਜਦ ਇਹ ਵਬਾ ਫੈਲ ਗਈ ਮਾਰ ਕਾਟ ਦੀ, ਉਦੋਂ ਇਹ ਵੀ ਬਚਣਗੇ ਨਹੀਂ, ਇਹ ਭੁਲੇਖਾ ਨਾ ਰੱਖਣ। ਬਿਲਕੁਲ ਡਾਕਟਰ ਸਾਹਿਬ, ਮੇਰਾ ਇੱਕ ਆਖਰੀ ਸਵਾਲ, ਕਿਹਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਮਾਨਸਿਕ ਤੌਰ ਤੇ ਉਦੋਂ ਗਰੋ ਕਰਦਾ ਜਦੋਂ ਉਹ ਆਜ਼ਾਦ ਤੌਰ ਤੇ ਆਪਣੇ ਕਿਸੇ ਕਿੱਤੇ ਦੇ ਵਿੱਚ ਵਿਚਰਦਾ ਹੁੰਦਾ। ਹੁਣ ਸਰਕਾਰਾਂ ਦਾ ਜ਼ੋਰ ਤਾਂ ਇਸ ਗੱਲ ਤੇ ਲੱਗਿਆ ਹੋਇਆ ਕਿ ਅਸੀਂ ਦੇਸ਼ ਦੇ ਵਿੱਚ ਮਾਲਕੀਅਤ ਖਤਮ ਕਰਕੇ ਲੋਕਾਂ ਦੀ, ਭਾਵੇਂ ਛੋਟੇ ਦੁਕਾਨਦਾਰ ਨੇ ਉਹਨਾਂ ਨੂੰ ਮੌਲਾਂ ਦੇ ਰੂਪ ਦੇ ਵਿੱਚ ਖਤਮ ਕਰ ਦਿਓ, ਜੋ ਕਿਸਾਨ ਨੇ ਇਹਨਾਂ ਨੂੰ ਜ਼ਮੀਨਾਂ ਇਹਨਾਂ ਦੀਆਂ ਕਾਰਪੋਰੇਟ ਹਾਊਸ ਨੂੰ ਤੁਸੀਂ ਦੇ ਦਿਓ। ਜਦੋਂ ਫਿਰ ਸਰਕਾਰ ਦਾ ਇੱਕ ਏਜੰਡਾ ਕਿ ਅਸੀਂ ਲੇਬਰ ਕਲਾਸ ਬਣਾਉਣੀ ਹੈ ਦੇਸ਼ ਦੇ ਵਿੱਚ, ਜਿੰਨੀ ਸਾਰੀ ਜਨਤਾ 9 ਵਜੇ ਦਿਹਾੜੀ ਤੇ ਜਾਣ, 5 ਵਜੇ ਆ ਜਾਣ। ਅਸੀਂ ਕੀ ਕਰ ਰਹੇ ਹਾਂ ਉੱਪਰ ਬੈਠ ਕੇ ਕੁਰਸੀਆਂ ਤੇ, ਇਹਦੇ ਵੱਲ ਕਿਸੇ ਦਾ ਧਿਆਨ ਨਾ ਜਾਵੇ। ਹਾਲਾਂਕਿ ਇਸ ਪੁਆਇੰਟ ਦੇ ਉੱਤੇ ਕਈ ਵਾਰ ਗੱਲ ਵੀ ਹੋ ਚੁੱਕੀ ਹੈ। ਹੁਣ ਸਰਕਾਰ ਮਾਲਕੀਅਤ ਖਤਮ ਕਰਨਾ ਚਾਹੁੰਦੀ ਹੈ ਸਾਰੇ ਕਿੱਤਿਆਂ ਦੀ, ਲੋਕਾਂ ਨੂੰ ਲੇਬਰ ਕਲਾਸ ਦੇ ਰੂਪ ਦੇ ਵਿੱਚ ਬਦਲਣਾ ਚਾਹੁੰਦੀ ਹੈ ਕਿ ਜਿੰਨਾ ਕੁ ਦਿਮਾਗ ਕੌਨਸ਼ੀਅਸ ਲੋਕ ਹੈਗੇ ਨੇ ਉਹਨੂੰ ਵੀ ਤੁਸੀਂ ਖਤਮ ਕਰ ਦਿਓ। ਇਹ ਗੱਲ ਲੋਕਾਂ ਨੂੰ ਸਮਝਾਉਣ ਦੇ ਲਈ ਮੀਡੀਆ ਹੋਰ ਤਮਾਮ ਕੀਤੇ ਜਾ ਰਹੇ ਆ, ਪਰ ਉਸ ਲੈਵਲ ਦੇ ਉੱਤੇ ਸਮਾਜ ਦੇ ਵਿੱਚ ਜਾਗਰੂਕਤਾ ਡਾਕਟਰ ਸਾਹਿਬ ਅਜੇ ਨਹੀਂ ਆਈ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਪਹਿਲੀ ਗੱਲ ਐਨਾਲਿਸਿਸ ਜੋ ਤੁਸੀਂ ਕਰਿਆ, ਵਿਸ਼ਲੇਸ਼ਣ, ਕਿ ਸਰਕਾਰ ਚਾਹੁੰਦੀ ਕੀ ਹੈ। ਸਰਕਾਰ ਚਾਹੁੰਦੀ ਹੈ ਕਿ ਸਾਰਾ ਕੁਛ, ਜੰਗਲ, ਪਹਾੜ, ਸਮੁੰਦਰ, ਅੰਤਰਿਕਸ਼, ਇਹ ਧਰਤੀ, ਕਾਨਾ, ਇਹ ਸਾਰਾ ਕੁਛ ਸਰਮਾਏਦਾਰਾਂ ਨੂੰ ਦੇ ਦਿੱਤਾ ਜਾਵੇ, ਕਾਰਪੋਰੇਟਾਂ ਨੂੰ ਦੇ ਦਿੱਤਾ ਜਾਵੇ। ਉਦੋਂ ਅੱਗੇ ਇਹ ਚਾਹੁੰਦੀ ਹੈ ਕਿ ਜਿਹੜੇ ਲੋਕ ਕੋਈ ਆਪਦੀ ਖੇਤੀ ਕਰਦੇ ਨੇ, ਕੋਈ ਜਿਨ੍ਹਾਂ ਦੀ ਨਿੱਜੀ ਜਾਇਦਾਦ ਹੈ, ਕੋਈ ਆਪਦੇ ਘਰਾਂ 'ਚ ਰਹਿੰਦੇ ਨੇ, ਜੇ ਗਿਣਿਆ ਨਹੀਂ ਆਪਾਂ, ਦੁਕਾਨਾਂ ਗਿਣੀਆਂ ਨੇ, ਵਪਾਰ ਗਿਣੇ ਨੇ, ਮਾਰਨਾ ਘਰ ਵੀ ਇਹੀ ਹੋਣਾ ਹੈ ਵੀ ਘਰ ਕੰਪਨੀ ਦੇ ਬਣੇ ਹੋਏ ਨੇ, ਤੁਸੀਂ ਕਿਰਾਇਆ ਦੇ ਕੇ ਰਹਿ ਰਹੇ ਹੋ ਉਹਦੇ 'ਚ, ਤੁਹਾਡੇ ਆਪਦੇ ਘਰ ਵੀ ਖੋਹੇ ਜਾਣੇ ਨੇ, ਤੁਹਾਡਾ ਆਪਣਾ ਖਾਣ ਪਾਣ ਵੀ ਖੋਹਿਆ ਜਾਣਾ ਕਿ ਤੁਸੀਂ ਪੈਸੇ ਦਿਓ ਬਸ ਖਾਓ, ਤੁਸੀਂ ਆਪਦੀ, ਤੁਹਾਡਾ ਚੁੱਲ੍ਹਾ ਚੌਕਾ ਬੰਦ ਹੋ ਜਾਣਾ ਰਸੋਈ ਦਾ। ਸੋ ਇਹਦੇ ਵਿੱਚ ਜਿਹੜਾ ਹੈ ਸਰਕਾਰ ਇਸ ਗੱਲ ਤੇ ਤੁਰੀ ਹੋਈ ਹੈ ਕਿ ਸਾਰਾ ਕੁਝ ਵਿਕਾਸ ਦਾ ਜਿਹੜਾ ਮਾਡਲ ਹੈ ਦੁਨੀਆ ਦੇ ਵਿੱਚ ਇਹ ਬਣਾ ਲਿਆ ਕਿ ਸਾਰਾ ਕੁਝ ਸਰਮਾਏਦਾਰਾਂ ਦੇ ਹੱਥ 'ਚ ਇਕੱਠਾ ਹੋ ਜੇ, ਪੂਰੇ ਦੌਲਤ, ਪੂਰੀ ਦੁਨੀਆ ਦੀ, ਪੂਰੇ ਦੇਸ਼ ਦੀ, ਤੇ ਉਹ ਆਪਣੇ ਉਂਗਲਾਂ ਤੇ ਨਚਾਉਣ ਗੁੱਡੀਆਂ ਦੀ ਤਰ੍ਹਾਂ ਬਾਕੀਆਂ ਨੂੰ ਮਜ਼ਦੂਰ ਬਣਾ ਕੇ। ਇਹ ਉਹਨਾਂ ਦੀ ਕੋਸ਼ਿਸ਼ ਹੈ, ਇਹ ਵਿਕਾਸ ਦਾ ਮਾਡਲ ਹੈ। ਪਰ ਇਹ ਮਾਡਲ ਕਦੀ ਵੀ ਨਹੀਂ ਚੱਲਿਆ ਇੰਨੀ ਤੇਜ਼ੀ ਨਾਲ ਜਿੰਨੀ ਤੇਜ਼ੀ ਨਾਲ ਹੁਣ ਕੋਸ਼ਿਸ਼ ਕਰ ਰਹੇ ਨੇ। ਇਹਨੇ ਸਫਲ ਤਾਂ ਹੋਣਾ ਨਹੀਂ, ਕਿਉਂਕਿ ਜਦ ਵੀ ਕੋਈ ਇਸ ਤਰ੍ਹਾਂ ਦਾ ਹੋਏਗਾ, ਦੁਨੀਆ 'ਚ ਸਪਾਰਕ ਦੀ ਮੁਹਿੰਮ ਰਹੀ ਹੈ, ਇੱਥੇ ਸਿੱਖ ਇਤਿਹਾਸ ਹੈ ਸਾਡੇ ਸਾਹਮਣੇ ਵੀ ਜੰਗਲਾਂ 'ਚ ਰਹਿ ਕੇ ਵੀ ਲੜਾਈ ਕਰੀ ਹੈ, ਘੋੜਿਆਂ ਦੀਆਂ ਪਿੱਠਾਂ 'ਤੇ ਰਹਿ ਕੇ ਲੜਾਈ ਕਰੀ ਹੈ। ਇਹ ਇਸ ਤਰ੍ਹਾਂ ਹੁੰਦਾ ਤਾਂ ਨਹੀਂ ਹੈ, ਪਰ ਇੱਕ ਵਾਰੀ ਜ਼ਰੂਰ ਇਸ ਪਾਸੇ ਨੂੰ ਜਿਹੜੀ ਦਿਸ਼ਾ ਹੈਗੀ ਹੈ, ਇਹ ਦਿਸ਼ਾ ਨੂੰ ਮੋੜਾ ਜਿਹੜਾ ਤਾਂ ਪੈਣਾ ਹੈ ਜੇ ਇੱਥੇ ਲੋਕ ਲਹਿਰਾਂ ਉੱਠਣਗੀਆਂ। ਇਹ ਕੋਈ ਵਿਅਕਤੀ ਕਹੇ ਵੀ ਮੈਂ ਕਰ ਦੂੰ ਸਾਰਾ ਕੁਛ, ਸ਼ਾਇਦ ਇੱਦਾਂ ਨਹੀਂ ਹੋਏਗਾ। ਜਿਹੜਾ ਵੀ ਵਿਅਕਤੀ ਕਰਨਾ ਵੀ ਚਾਹੇਗਾ, ਕੁਝ ਵਿਅਕਤੀਆਂ ਦਾ ਸਮੂਹ ਕਰਨਾ ਚਾਹੇਗਾ, ਉਹਨੂੰ ਇੱਕ ਲੋਕ ਲਹਿਰ ਬਣਾਉਣੀ ਪਏਗੀ। ਤੇ ਭਾਰਤ ਦੇ ਵਿੱਚ ਇੱਕ ਗੱਲ ਜ਼ਰੂਰ ਹੋ ਰਹੀ ਹੈ, ਮੈਂ ਇਹਨੂੰ ਹਾਂ ਪੱਕੀ ਵੀ ਕਹਾਂਗਾ ਕਿ ਕਿਤੇ ਨਾ ਕਿਤੇ ਲੋਕ ਉੱਠ ਵੀ ਰਹੇ ਨੇ, ਭਾਵੇਂ ਕਿ ਉਹਨਾਂ ਨੂੰ ਮਾਰਿਆ ਵੀ ਜਾ ਰਿਹਾ ਹੈ, ਉਹਨਾਂ ਨੂੰ ਜੇਲ੍ਹਾਂ 'ਚ ਵੀ ਸੁੱਟਿਆ ਜਾ ਰਿਹਾ ਹੈ, ਤੇ ਬਹੁਤ ਸਾਰਿਆਂ 'ਤੇ ਕੋਈ ਕੇਸ ਵੀ ਝੂਠੇ ਬਣਾਏ ਜਾ ਰਹੇ ਨੇ। ਇਹਦੇ ਬਾਵਜੂਦ ਲੋਕ ਜਿਹੜੇ ਨੇ ਉਹ ਆਪਦੀ ਆਵਾਜ਼ ਬੁਲੰਦ ਕਰ ਰਹੇ ਨੇ, ਪਰ ਉਹ ਗਿਣਤੀ ਅਜੇ ਥੋੜ੍ਹੀ ਹੈ। ਉਹ ਗਿਣਤੀ ਇੱਕ ਫਿਜ਼ਿਕਸ, ਭੌਤਿਕ ਵਿਗਿਆਨ ਦਾ ਇੱਕ ਨਿਯਮ ਹੈ, ਉਹਨੂੰ ਅਸੀਂ ਕਹਿੰਦੇ ਹਾਂ ਕ੍ਰਿਟੀਕਲ ਮਾਸ, ਯਾਨੀ ਕਿ ਘੱਟੋ ਘੱਟ ਓਨਾ ਹੋਣਾ ਚਾਹੀਦਾ। ਜਿਵੇਂ ਆਪਾਂ ਕਿਸੇ ਤੀਲੀ ਨਾਲ ਅੱਗ ਬਾਲਣੀ ਹੋਵੇ, ਤੇ ਜੇ ਲੱਕੜ ਨੂੰ ਤੀਲੀ ਨਾਲ ਲਾਈ ਜਾਓ ਤਾਂ ਲੱਕੜ ਦੇ ਅੱਗ ਨਹੀਂ ਬਲਦੀ। ਉਹ ਕ੍ਰਿਟੀਕਲ ਮਾਸ ਇਹ ਹੁੰਦੀ ਆ ਵੀ ਇੱਕ ਸੇਕ, ਇੱਕ ਪੱਧਰ ਦਾ ਪਹੁੰਚਣਾ ਜ਼ਰੂਰੀ ਹੈ, ਤਾਂ ਉਹ ਬਲਣੀ ਸ਼ੁਰੂ ਹੋਊ ਲੱਕੜ। ਗੈਸ ਦੀ ਛੇਤੀ ਬਲ ਜਾਂਦੀ ਉਹੀ ਤੀਲੀ, ਕਿਉਂਕਿ ਉੱਥੇ ਪਹੁੰਚ ਜਾਂਦਾ ਛੇਤੀ। ਸੋ ਉਹ ਕ੍ਰਿਟੀਕਲ ਮਾਸ ਜਿਹੜੀ ਹੈ, ਜੀ ਤੋਂ ਬਾਅਦ ਫਿਰ ਆਪੇ ਮੂਵਮੈਂਟ ਸ਼ੁਰੂ ਹੋ ਜਾਣੀ ਹੈ, ਉਹ ਅਜੇ ਭਾਰਤ ਦੇ ਵਿੱਚ ਨਹੀਂ ਪਹੁੰਚੀ। ਉਹ ਪਰ ਲੋਕ ਉਹ ਕ੍ਰਿਟੀਕਲ ਮਾਸ ਬਣਾਉਣ ਵਾਸਤੇ ਕਿ ਜਿਹੜਾ ਇਹ ਜ਼ੁਲਮ ਹੋ ਰਿਹਾ ਹੈ, ਜਿਹੜਾ ਸਰਮਾਏਦਾਰੀ ਕੋਲ ਸਾਰਾ ਕੁਝ ਇਕੱਠਾ ਕਰਿਆ ਜਾ ਰਿਹਾ ਹੈ, ਜਿਹੜੇ 4 ਸਰਮਾਏਦਾਰ ਮਿਲ ਕੇ ਕਾਰਪੋਰੇਟ ਬਣਾ ਕੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਦੇਸੀ ਤੇ ਵਿਦੇਸੀ, ਉਹਨਾਂ ਨੂੰ ਢਾਉਣ ਵਾਸਤੇ ਅੱਜ
ਉਹ ਜਿਹੜੀ ਕ੍ਰਿਟੀਕਲ ਮਾਸ ਹੈ ਉਹ ਬਣੀ ਨਹੀਂ ਅਜੇ, ਪਰ ਬਣਨ ਦੇ ਯਤਨ ਚੱਲੇ ਜਾ ਰਹੇ ਨੇ। ਤੇ ਉਹਨਾਂ ਯਤਨਾਂ ਦੇ ਵਿੱਚੋਂ ਕੁਝ ਜਿਵੇਂ ਹੁੰਦਾ ਹਵਾ ਦਾ ਬੁੱਢਾ ਹੁੰਦਾ ਤਾਂ ਉਹ ਤੀਲੀ ਨੂੰ ਬੁਝਾ ਦਿੰਦਾ ਹੈ, ਕਦੇ ਕਦੇ ਉਹਨਾਂ ਨੂੰ ਬੁਝਾ ਵੀ ਦਿੱਤਾ ਜਾਂਦਾ ਹੈ, ਪਰ ਫਿਰ ਵੀ ਉਹ ਜਿਹੜੀ ਮਾਸ ਹੈ ਬਣ ਰਹੀ ਹੈ, ਉਹ ਦਿਨ ਬ ਦਿਨ ਵੱਧ ਰਹੀ ਹੈ। ਹੁਣ ਪਿੱਛੇ ਉਹ ਰੁਕ ਗਈ ਸੀ ਵਧਣੀ, ਹੁਣ ਉਹ ਵੱਧ ਰਹੀ ਹੈ। ਤੇ ਮੈਨੂੰ ਉਮੀਦ ਹੈ ਵੀ ਅਗਲੇ 5-7 ਸਾਲਾਂ ਦੇ ਵਿੱਚ ਜਿਹੜਾ ਦੁਨੀਆ 'ਚ ਹੀ ਵਰਗੇ ਭਾਰਤ ਇਕੱਲੇ 'ਚ ਨਹੀਂ, ਉਹ ਜਿਹੜੀ ਮਾਸ ਹੈ ਕ੍ਰਿਟੀਕਲ ਮਾਸ, ਜਿੱਥੇ ਵੀ ਲੋਕ ਖੁਸ਼ਹਾਲ ਰਹਿਣ, ਭਾਈਚਾਰੇ ਨਾਲ ਰਹਿਣ, ਰੁਜ਼ਗਾਰ ਮਿਲੇ, ਆਪਦਾ ਗਾਉਣ ਵਜਾਉਣ, ਨੱਚਣ ਟੱਪਣ, ਸੁਖੀ ਜ਼ਿੰਦਗੀ ਬਤੀਤ ਕਰਨ, ਆਪਦਾ ਰੁਜ਼ਗਾਰ ਕਰਨ, ਆਪਦਾ ਕੰਮ ਕਰਨ, ਆਪਦੇ ਕੰਮ 'ਚ ਧਿਆਨ ਰੱਖਣ, ਆਪਦੀ ਮੁਹਾਰਤ ਲੈਣ, ਬਿਮਾਰ ਹੋ ਜੇ ਤਾਂ ਇਲਾਜ ਹੋਵੇ, ਪੜ੍ਹਾਈ ਹੋਵੇ, ਵਿਦਵਾਨ ਬਣਨ, ਇਸ ਪਾਸੇ ਵੱਲ ਨੂੰ ਦੁਨੀਆ ਵਧੇਗੀ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ, ਧੰਨਵਾਦ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਉੱਘੇ ਵਿਦਵਾਨ ਡਾਕਟਰ ਪਿਆਲਾ ਲਾਲ ਗਰਗ ਸਾਹਿਬ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ।